Good morning to all presents. Once again, welcome to my YouTube channel. Today, I will discuss about to the Venus studies. This is the third part of this session. Name of this chapter is Nature and Purpose of the Venus. This chapter is the most important thing because we are learning about the what is the types of Venus and difference between to the Venus and commerce, industries, and etc. Now, without wasting your time, start this session. Today, start from there. Commerce की ਹੁੰਦੀ ਆ all types of activity related to the buying and selling or a product service to facilitate to the buying and selling are the part of commerce ਕੀ ਹੁੰਦੀ ਆ ਉਹ ਚੀਜ਼ ਜਿਹੜੀ ਕਿ ਕਿਸੇ ਸੇਲ ਪਰਚੇਜ਼ ਦੇ ਦੁਆਰਾ ਜਾਂ ਫਿਰ ਉਹਨਾਂ ਨੂੰ ਕੀ ਆ ਫੈਸਿਲਿਟੀ ਦੇਣੀ ਆ ਉਹਨੂੰ ਅਸੀਂ ਕਹਿੰਦੇ ਆ ਕਾਮਰਸ ਕਹਿ ਦਿੰਦੇ ਨੇ। ਇਹਦੀ ਐਗਜ਼ਾਮਪਲ ਕੀ ਆ ਫਲਿੱਪਕਾਰਟ, ਐਮਾਜ਼ੋਨ, ਇਹ ਸਾਰੀਆਂ ਕੀ ਨੇ ਇਹ ਕਮਰਸ ਨੇ, ਇਹ ਕਮਰਸ ਇੰਡਸਟਰੀਜ਼ ਨੇ। ਇਹ ਕੀ ਕਰਦੀਆਂ ਨੇ ਵੀ ਜਿਹੜੀਆਂ ਚੀਜ਼ਾਂ ਦੂਸਰਿਆਂ ਦੁਆਰਾ ਬਣਾਈਆਂ ਗਈਆਂ ਹੁੰਦੀਆਂ ਨੇ ਇਹ ਲੋਕਾਂ ਤੱਕ ਪ੍ਰੋਵਾਈਡ ਕਰਵਾਉਂਦੀਆਂ ਨੇ, ਤਾਂ ਇਸ ਕਰਕੇ ਉਹ ਕਿਹਦੇ ਵਿੱਚ ਆ ਜਾਂਦੀਆਂ ਨੇ ਕਮਰਸ ਦੇ ਵਿੱਚ ਆਉਂਦੀਆਂ ਨੇ, ਨਾ ਕਿ ਉਹ ਇੰਡਸਟਰੀ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਉਹ ਕੋਈ ਮੈਨੂਫੈਕਚਰਿੰਗ ਨਹੀਂ ਕਰਦੇ। ਨੈਕਸਟ ਹੈਗਾ ਵਾ commerce acting as to the link between to the producer and consumer ensures their efficient distribution of to their goods। ਹੁਣ ਇਹ ਸਾਨੂੰ ਪਤਾ ਹੀ ਹੈ ਜਿਵੇਂ ਈ-ਕਮਰਸ ਦੀ ਅਸੀਂ ਗੱਲ ਕਰ ਰਹੇ ਹਾਂ। ਈ-ਕਮਰਸ ਦੇ ਵਿੱਚ ਜਿਹੜੀਆਂ ਮੈਂ ਹੁਣੀ ਦੱਸਿਆ ਤੁਹਾਨੂੰ ਫਲਿੱਪਕਾਰਟ, ਐਮਾਜ਼ੋਨ, ਸਨੈਪਡੀਲ, ਇਹ ਕੀ ਕਰਦੀਆਂ ਨੇ ਇਹ ਲਿੰਕ ਕ੍ਰੀਏਟ ਕਰਦੀਆਂ ਨੇ ਇੱਕ ਪ੍ਰੋਡਿਊਸਰ ਦਾ ਜਿਨ੍ਹਾਂ ਨੇ ਚੀਜ਼ਾਂ ਬਣਾਈਆਂ ਨੇ ਅਤੇ ਦੂਜਾ ਕੰਜ਼ਿਊਮਰ ਦਾ, ਇੱਕ ਦੂਜੇ ਨੂੰ ਜੋੜਨ ਦੇ ਵਿੱਚ ਇੱਕ ਕੰਮ ਕਰਦੀਆਂ ਨੇ ਤਾਂ ਜੋ ਉੱਥੇ ਕੀ ਆ ਉਹ ਚੀਜ਼ ਨੂੰ ਡਿਸਟਰੀਬਿਊਸ਼ਨ ਕਰ ਸਕਣ ਜਾਂ ਉੱਥੇ ਤੱਕ ਉਹ ਪਹੁੰਚਾ ਸਕਣ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈਗੀ ਆ ਟਾਈਪਸ ਆਫ ਕਮਰਸ। ਕਮਰਸ ਕਿੰਨੇ ਤਰ੍ਹਾਂ ਦੀ ਹੁੰਦੀ ਆ? ਕਮਰਸ ਜਿਹੜੀਆਂ ਨੇ ਉਹ ਦੋ ਤਰ੍ਹਾਂ ਦੀਆਂ ਵੰਡੀਆਂ ਗਈਆਂ ਨੇ, ਇੱਕ ਟਰੇਡ ਆ, ਇੱਕ ਅਲੈਗਜ਼ਰੀਜ਼ ਟੂ ਟਰੇਡਸ। ਟਰੇਡ ਦਾ ਮਤਲਬ ਵੀ ਵਪਾਰ ਕਰਨਾ, ਅਲੈਗਜ਼ਰੀ ਟੂ ਟਰੇਡਸ ਦਾ ਮਤਲਬ ਵੀ ਹੈਲਪ ਕਰਨਾ ਜਾਂ ਏਡਸ ਟੂ ਟਰੇਡ ਕਿਹਾ ਜਾਂਦਾ ਇਹਨੂੰ। ਇਹਦਾ ਮਤਲਬ ਕੀ ਹੁੰਦਾ ਵੀ ਦੂਸਰਿਆਂ ਤੱਕ ਉਹ ਸੇਵਾਵਾਂ ਪ੍ਰਦਾਨ ਕਰਨੀਆਂ। ਫਸਟ ਹੈ ਟਰੇਡ। ਟਰੇਡ ਮੀਨਸ ਸੇਲ, ਟਰਾਂਸਫਰ ਔਰ ਐਕਸਚੇਂਜ ਆਫ ਦੀਆਂ ਗੁੱਡਸ ਆਈਦਰ ਬਾਈ ਦੀ ਪ੍ਰੋਡਿਊਸਰ ਦੈਮਸੈਲਫ ਔਰ ਬਾਈ ਦੀ business arranges to the trading activity with and the aim of to the earning profit। ਕਹਿੰਦਾ ਜੀ ਟਰੇਡ ਕੀ ਹੁੰਦਾ ਵਾ ਜਾਂ ਤਾਂ ਉਹ ਸੇਲ ਹੋਏਗੀ ਜਾਂ ਚੀਜ਼ਾਂ ਨੂੰ ਪ੍ਰੋਵਾਈਡ ਕਰਾਉਣਾ ਜਾਂ ਚੀਜ਼ਾਂ ਨੂੰ ਐਕਸਚੇਂਜ ਕਰਨਾ ਪ੍ਰੋਡਿਊਸਰ ਦੁਆਰਾ ਜਾਂ ਜਿਹੜੇ ਉਹਦੀ ਹੈਲਪ ਕਰ ਰਹੇ ਨੇ ਉਸ ਚੀਜ਼ਾਂ ਦਾ ਉਹਨਾਂ ਨੂੰ ਐਕਸਚੇਂਜ ਕਰਨ ਦਾ ਮੇਨ ਮੋਟਿਵ ਕੀ ਹੁੰਦਾ ਉਹਨਾਂ ਦਾ ਪ੍ਰੋਫਿਟ ਅਰਨ ਕਰਨਾ ਹੁੰਦਾ ਵਾ। ਉਹਦਾ ਮੇਨ ਮੋਟਿਵ ਕੀ ਹੁੰਦਾ ਪ੍ਰੋਫਿਟ ਅਰਨ ਕਰਨਾ ਹੁੰਦਾ ਵਾ। ਨੈਕਸਟ ਹੈਗਾ ਵਾ ਵੀ ਟਰੇਡ ਫੈਸਿਲਿਟੇਟ ਟੂ ਦੀ ਲੀਸਟ ਆਫ ਟੂ ਦੀ ਸਕੇਲ ਆਫ ਪ੍ਰੋਡਕਸ਼ਨ ਆਫ ਸਕੇਲ। ਵੀ ਇਹਦਾ ਟਰੇਡ ਦਾ ਮਤਲਬ ਕੀ ਹੁੰਦਾ ਵੀ ਉਹਨਾਂ ਨੂੰ ਜਿਹੜੀ ਪ੍ਰੋਡਕਸ਼ਨ ਕੀਤੀ ਗਈ ਆ ਉਹਨਾਂ ਨੂੰ ਫੈਸਿਲਿਟੇਟ ਕਰਨਾ ਅਤੇ ਉਹਨਾਂ ਨੂੰ ਉੱਥੇ ਤੱਕ ਪਹੁੰਚਾਉਣਾ ਤਾਂ ਜੋ ਉਹਨਾਂ ਦੀ ਪੂਰੀ ਸੇਲ ਹੋ ਸਕੇ। ਨੈਕਸਟ ਹੈ ਟਾਈਪਸ ਆਫ ਸੇਲ। ਵੀ ਸੇਲ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਟਾਈਪਸ ਆਫ ਟਰੇਡ। ਟਰੇਡ ਕਿੰਨੇ ਤਰ੍ਹਾਂ ਦੇ ਹੁੰਦੇ ਆ? ਟਰੇਡ ਦੀ ਗੱਲ ਕਰ ਰਹੇ ਹਾਂ। ਟਰੇਡਸ ਜਿਹੜੇ ਨੇ ਜਿਹੜੇ ਟਰੇਡ ਨੇ ਉਹ ਦੋ ਟਾਈਪਸ ਦੇ ਨੇ, ਇੱਕ ਹੈਗਾ ਵਾ ਹੋਮ ਟਰੇਡ, ਇੱਕ ਹੈਗਾ ਫੋਰਨ ਟਰੇਡ। ਹੋਮ ਟਰੇਡ ਕਿਹੜਾ ਹੋ ਗਿਆ? ਹੋਮ ਟਰੇਡ ਉਹ ਵਾਲਾ ਜਿਹਦੇ ਵਿੱਚ ਅਸੀਂ ਵਿਦਿਨ ਦੀਆਂ ਕੰਟਰੀਜ਼ ਜਿਹੜਾ ਅਸੀਂ ਕੋਈ ਵੀ ਸੇਲ ਪਰਚੇਸ ਕਰਦੇ ਹਾਂ ਤਾਂ ਉਹਨੂੰ ਹੋਮ ਟਰੇਡ ਕਿਹਾ ਜਾਂਦਾ। ਉਹਦੇ ਵਿੱਚ ਦੋ ਪਰਸਨਸ ਇਨਵੋਲਵ ਹੁੰਦੇ ਆ, ਹੋਲਸੇਲਰ ਅਤੇ ਰਿਟੇਲਰ। ਇੱਕ ਬੰਦਾ ਕੀ ਹੁੰਦਾ ਜਿਹੜਾ ਬਲਕ ਦੇ ਵਿੱਚ ਪਰਚੇਸ ਕਰਦਾ ਪ੍ਰੋਡਿਊਸਰ ਤੋਂ, ਜਿਹੜਾ ਮੈਨੂਫੈਕਚਰ ਕਰਦਾ ਹੁੰਦਾ ਉਹ ਆਪਣੇ ਕੋਲ ਰੱਖ ਲੈਂਦਾ, ਉਹਨੂੰ ਹੋਲਸੇਲਰ ਕਿਹਾ ਜਾਂਦਾ। ਰਿਟੇਲਰ ਹੁੰਦੇ ਜਿਹੜੇ ਸ਼ੌਪਕੀਪਰਸ ਜਿਹੜੇ ਸਾਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਵਾਉਂਦੇ ਨੇ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਰਿਟੇਲਰ। ਫੋਰਨ ਟਰੇਡ ਦੇ ਵਿੱਚ ਕੀ ਹੁੰਦਾ ਵਾ ਸਾਡੇ ਕੋਲ ਇੰਪੋਰਟ, ਕਿਤੋਂ ਚੀਜ਼ਾਂ ਬਾਹਰੋਂ ਚੀਜ਼ਾਂ ਮੰਗਵਾਉਣੀਆਂ ਸਾਡੇ ਦੇਸ਼ ਦੇ ਵਿੱਚ, ਠੀਕ ਹੈ ਜੀ, ਜਿਵੇਂ ਸੈੱਲਫੋਨ ਹੋ ਗਏ, ਕੰਪਿਊਟਰਸ ਹੋ ਗਏ, ਤਾਂ ਇਹ ਸਾਰੇ ਕੀ ਨੇ ਇੰਪੋਰਟ ਕਰਦੇ ਹਾਂ ਅਸੀਂ ਬਾਹਰਲੀ ਕੰਟਰੀਜ਼ ਤੋਂ। ਐਕਸਪੋਰਟ ਦਾ ਮਤਲਬ ਕੀ ਆ ਵੀ ਆਪਣੀਆਂ ਚੀਜ਼ਾਂ ਜਿਹੜੀਆਂ ਬਾਹਰ ਐਕਸਪੋਰਟ ਕਰਦੇ ਹਾਂ, ਯਾਨੀ ਕਿ ਅਸੀਂ ਉਹਨਾਂ ਨੂੰ ਬਾਹਰ ਸੇਲ ਆਊਟ ਕਰਦੇ ਹਾਂ ਅਤੇ ਉਹ ਤੋਂ ਪੈਸਾ ਜਨਰੇਟ ਕਰਦੇ ਹਾਂ। ਜਿਵੇਂ ਸਪਾਈਸਿਸ ਹੋ ਗਏ ਸਾਡੇ, ਠੀਕ ਹੈ ਜੀ, ਕਾਟਨ ਹੋ ਗਿਆ, ਜੂਟ ਹੋ ਗਿਆ, ਇਹ ਸਾਰੀਆਂ ਚੀਜ਼ਾਂ ਅਸੀਂ ਕੀ ਕਰਦੇ ਹਾਂ ਐਕਸਪੋਰਟ ਕਰਦੇ ਹਾਂ ਬਾਹਰਲੀ ਕੰਟਰੀਜ਼ ਨੂੰ ਅਤੇ ਉਹਨਾਂ ਤੋਂ ਇਨਕਮ ਜਨਰੇਟ ਕਰਦੇ ਹਾਂ। ਨੈਕਸਟ ਸਾਡੇ ਕੋਲ ਹੈਗਾ ਵਾ ਹੋਮ ਟਰੇਡ ਜਾਂ ਡੋਮੈਸਟਿਕ ਟਰੇਡ ਦਾ ਮੀਨਿੰਗ ਇਫ ਦੀ ਬਾਇੰਗ ਐਂਡ ਸੇਲਿੰਗ ਆਫ ਟੂ ਦੀਆਂ ਗੁੱਡਸ ਟੇਕ ਪਲੇਸ within the geographical boundary of the country is refers to the domestic trade। ਡੋਮੈਸਟਿਕ ਟਰੇਡ ਕੀ ਹੁੰਦਾ ਜਾਂ ਹੋਮ ਟਰੇਡ ਕੀ ਹੁੰਦਾ ਵਾ ਕੋਈ ਵੀ ਸੇਲ ਪਰਚੇਸ ਕਰਨੀ ਆ ਚੀਜ਼ਾਂ ਦੀ ਜਿਹੜਾ ਕਿ ਸਾਡੀ ਕੰਟਰੀ ਦੀ ਬਾਊਂਡਰੀ ਦੇ ਅੰਡਰ ਹੋਵੇ। ਹੁਣ ਇਹ ਸਾਡੀ ਖੇਤਰ ਦੇ ਵਿੱਚ ਹੋਣਾ ਚਾਹੀਦਾ, ਸਾਡੇ ਦੇਸ਼ ਦੇ ਅੰਦਰ ਹੋਣਾ ਚਾਹੀਦਾ ਵਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਡੋਮੈਸਟਿਕ ਸੇਲ ਕਹਿੰਦੇ ਹਾਂ। ਅਤੇ ਡੋਮੈਸਟਿਕ ਸੇਲ ਦੇ ਦੋ ਪਾਰਟ ਸੀਗੇ, ਇੱਕ ਪੜ੍ਹਿਆ ਸੀ ਹੋਲਸੇਲਰ ਦੀ ਮੈਡੀਸਨ ਪ੍ਰੋਡਿਊਸਡ ਇਨਟੂ ਦੀ ਮੁੰਬਈ ਐਂਡ ਸੋਲਡ ਟੂ ਡਿਸਟਰੀਬਿਊਟ ਅਕਰੋਸ ਦੀ ਇੰਡੀਆ। ਇਹਦੀ ਐਗਜ਼ਾਮਪਲ ਲਈ ਗਈ ਆ ਕਿੱਦਾਂ ਵਾ ਵੀ ਹੋਲਸੇਲਰ ਕੀ ਹੋਇਆ ਵੀ ਜਿਹੜੀ ਮੈਡੀਸਿਨ ਆ ਉਹ ਪ੍ਰੋਡਿਊਸ ਹੁੰਦੀ ਆ ਕਿੱਥੇ ਹੁੰਦੀ ਆ
ਮੁੰਬਈ ਦੇ ਵਿੱਚ ਉਹ ਬਲਕ ਦੇ ਵਿੱਚ ਪਰਚੇਸ ਕਰ ਲੈਂਦੇ ਆ ਉਹਨਾਂ ਨੂੰ, ਅਤੇ ਉਹਨੂੰ ਪੂਰੇ ਕੰਟਰੀ ਦੇ ਵਿੱਚ ਅਕਰੋਸ ਆਫ ਕੰਟਰੀ ਦੇ ਵਿੱਚ ਉਹਨੂੰ ਡਿਸਟਰੀਬਿਊਟ ਕੀਤਾ ਜਾਂਦਾ ਤਾਂ ਜੋ ਸਾਡੇ ਤੱਕ ਪਹੁੰਚ ਸਕੇ। ਤਾਂ ਉਹ ਕਿਹੜੇ ਨੇ, ਹੋਲਸੇਲਰ ਟਰੇਡ ਹੁੰਦਾ ਵਾ। ਰਿਟੇਲ ਟਰੇਡ ਕੀ ਹੁੰਦਾ ਵਾ, ਜਿਹੜੀਆਂ ਮੈਡੀਸਿਨ ਸੇਲ ਆਊਟ ਐਟ ਕੈਮਿਸਟ ਸ਼ਾਪ, ਵੀ ਜਿਹੜੇ ਕੈਮਿਸਟ ਸ਼ਾਪ ਦੇ ਉੱਤੇ ਜਿਹੜੀਆਂ ਅਸੀਂ ਮੈਡੀਸਿਨ ਸੋਲਡ ਕਰ ਦਿੰਦੇ ਹਾਂ ਉਹ ਰਿਟੇਲਰ ਹੋ ਗਏ, ਕਿਉਂਕਿ ਉਹ ਸਾਨੂੰ ਕੀ ਆ, ਉਹ ਪਰਚੇਸ ਕਰਦੇ ਆ ਕੀ ਤੋਂ, ਹੋਲਸੇਲਰ ਤੋਂ, ਅਤੇ ਉਹ ਹੋਲਸੇਲਰ ਤੋਂ ਬਾਏ ਕਰਕੇ ਰਿਟੇਲਰ ਅੱਗੇ ਉਹਨਾਂ ਨੂੰ ਡਿਸਟਰੀਬਿਊਟ ਕਰਦਾ ਵਾ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋਇਆ ਹੋਵੇਗਾ। ਨੈਕਸਟ ਗੱਲ ਕਰਦੇ ਹਾਂ ਫੋਰਨ ਟਰੇਡ ਅਤੇ ਐਕਸਟਰਨਲ ਟਰੇਡ, ਜਾਂ ਫੋਰਨ ਟਰੇਡ ਕੀ ਹੁੰਦਾ, ਬਾਹਰਲੇ ਕੰਟਰੀਜ਼ ਦੇ ਨਾਲ ਜਿਹੜੇ ਅਸੀਂ ਸੇਲ ਪਰਚੇਸ ਕਰਦੇ ਹਾਂ ਉਹਦੇ ਬਾਰੇ। ਇਫ ਆ ਬਾਇੰਗ ਐਂਡ ਸੇਲਿੰਗ ਆਫ ਦੀਆਂ ਗੁੱਡਸ ਟੇਕਸ place outside the geographical boundary of the country, it is refers to the foreign trade। foreign trade ਕੀ ਹੁੰਦਾ ਵਾ, ਵੀ ਕੋਈ ਵੀ ਚੀਜ਼ਾਂ ਦੀ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਉਹਦੇ ਸੇਲ ਪਰਚੇਸ ਕੀਤੀ ਜਾਂਦੀ ਆ ਸਾਡੀ ਕੰਟਰੀ ਤੋਂ ਬਾਹਰ, ਠੀਕ ਹੈ ਜੀ, ਉਹਨੂੰ ਅਸੀਂ ਕਹਿੰਦੇ ਹਾਂ ਫੋਰਨ ਟਰੇਡ ਕਹਿ ਦਿੰਦੇ ਹਾਂ। ਜਿਵੇਂ ਕਿ ਐਕਸਪੋਰਟ ਟਰੇਡ ਕਿਹੜਾ ਹੁੰਦਾ ਵਾ, is the country, is the foreign trade where the goods are sold to the another countries। ਵੀ ਜਿਹੜਾ ਕੋਈ ਵੀ ਅਸੀਂ ਟਰੇਡ ਕਰੀਏ, ਐਕਸਪੋਰਟ ਕੀ ਹੁੰਦਾ ਵਾ, ਕੋਈ ਵੀ ਚੀਜ਼ ਜਿਹੜੀ ਅਸੀਂ ਬਾਹਰ ਜਾ ਕੇ ਸੋਲਡ ਕਰ ਦਈਏ ਆਪਣੀ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਐਕਸਪੋਰਟ ਕਹਿੰਦੇ ਹਾਂ। ਇੰਪੋਰਟ ਕੀ ਹੁੰਦਾ ਵਾ, ਵੀ ਇਜ਼ ਆ ਫੋਰਨ ਟਰੇਡ ਵੇਅਰਸ ਦੀਆਂ ਗੁੱਡਸ ਆਰ ਪਰਚੇਜ਼ ਫਰੋਮ ਟੂ ਦੀ ਅਨਦਰ ਕੰਟਰੀ, ਜਿਹੜਾ ਅਸੀਂ ਕੋਈ ਵੀ ਚੀਜ਼ਾਂ ਪਰਚੇਜ਼ ਕਰਦੇ ਹਾਂ ਦੂਸਰੀ ਕੰਟਰੀਜ਼ ਤੋਂ, ਉਹਨੂੰ ਅਸੀਂ ਕਹਿੰਦੇ ਹਾਂ ਇੰਪੋਰਟ ਕਿਹਾ ਜਾਂਦਾ ਵਾ। ਨੈਕਸਟ ਹੈ ਐਲੈਗਰੀਜ਼ ਟੂ ਦੀਆਂ ਟਰੇਡ ਜਾਂ ਫਿਰ ਏਡਸ ਟੂ ਟਰੇਡ। Auxiliary to their trades is the service which has been assist to their trade and industry activity। ਇਹਦਾ ਮਤਲਬ ਕੀ ਹੁੰਦਾ, ਵੀ ਜਿਹੜੇ ਅਸੀਂ ਬਿਜ਼ਨਸ ਕਰ ਰਹੇ ਹਾਂ ਉਹਨਾਂ ਨੂੰ ਕੀ ਆ, ਹੈਲਪ ਕਰਨੀ ਆ, ਅਤੇ ਉਹਨਾਂ ਨੂੰ ਸਟੈਂਡ ਕਰਨ ਦੇ ਵਿੱਚ ਅਤੇ ਉਹਨਾਂ ਦੀ ਐਕਟੀਵਿਟੀਆਂ ਪਰਫੋਰਮ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਨ ਨੂੰ ਅਸੀਂ ਕਹਿੰਦੇ ਹਾਂ ਐਲੈਗਰੀ ਟੂ ਟਰੇਡ ਜਾਂ ਏਡਸ ਟੂ ਟਰੇਡ ਕਿਹਾ ਜਾਂਦਾ ਵਾ। ਐਲੈਗਰੀ ਟੂ ਇੰਟੀਰੀਅਰ ਪਾਰਟ ਆਫ ਟੂ ਦੀਆਂ ਕਮਰਸ ਇਜ਼ ਦੀ ਪਰਟੀਕੂਲਰ ਐਂਡ ਬਿਜ਼ਨਸ ਐਕਟੀਵਿਟੀ ਇਜ਼ ਅ ਜਨਰਲ। ਇਹਦੇ ਵਿੱਚ ਜਿਹੜਾ ਵਾ ਸਾਡਾ ਕਾਮਰਸ ਆ ਉਹ ਪਰਟੀਕੂਲਰ ਪਾਰਟ ਹੁੰਦਾ ਵਾ, ਵੀ ਸਾਨੂੰ ਇਹਦੀ ਲੋੜ ਪੈਂਦੀ ਹੁੰਦੀ ਹੈ, ਅਤੇ ਬਿਜ਼ਨਸ ਐਕਟੀਵਿਟੀ ਕੀ ਆ, ਉਹ ਸਭ ਤੋਂ ਜ਼ਿਆਦਾ ਐਸੈਂਸ਼ੀਅਲ ਪੀਰੀਅਡ ਆ, ਜਾਣੀ ਕਿ ਉਹ ਤੋਂ ਬਿਨਾਂ ਅਸੀਂ ਕੋਈ ਵੀ ਟਰੇਡ ਕਰ ਨਹੀਂ ਸਕਦੇ। ਐਲੈਗਰੀਜ਼ ਹੈਲਪਸ ਟੂ ਦੀਆਂ ਸਮੂਥ ਫਲੋ ਆਫ ਟੂ ਦੀਆਂ ਗੁੱਡਸ ਐਂਡ making buying and selling easily removing the hindrance of to their place time and risk etc। ਇਹਦੇ ਵਿੱਚ ਕੀ ਆ, ਵੀ ਜਿਹੜੇ ਟਰੇਡਸ ਦੇ ਵਿੱਚ ਅਸੀਂ ਇੱਕ ਚੀਜ਼ ਦੂਜੀ ਚੀਜ਼ ਤੱਕ ਪਹੁੰਚਾਉਣਾ ਵਾ, ਯਾਨੀ ਕਿ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਣਾ ਵਾ, ਇਹਦੇ ਵਿੱਚ ਸੇਲ ਪਰਚੇਜ਼ ਈਜ਼ੀਲੀ ਹੋ ਸਕੇ ਅਤੇ ਉਹਨਾਂ ਵਿੱਚ ਕੋਈ ਇੱਦਾਂ ਦੀ ਪ੍ਰੋਬਲਮ ਨਾ ਕ੍ਰੀਏਟ ਹੋਵੇ, ਜਿਵੇਂ ਉਹਨਾਂ ਦੀ ਜਗ੍ਹਾ ਦੇ ਉੱਤੇ ਨਹੀਂ ਜਾਂਦਾ ਹੈਗਾ ਟਾਈਮ ਦਾ ਵਾ ਜਾਂ ਰਿਸਕ ਦਾ। ਜਿਵੇਂ ਕਿ ਫੋਰ ਐਗਜ਼ਾਮਪਲ ਜਿਵੇਂ ਫਲਿੱਪਕਾਰਟ ਆ, ਉਹ ਕੀ ਆ, ਰਿਮੋਟ ਏਰੀਆਜ਼ ਦੇ ਵਿੱਚ ਜਿਹੜੇ ਕੀ ਨੇ, ਜਿਵੇਂ ਪਹਾੜੀ ਏਰੀਆ, ਹਿਲੀ ਸਟੇਸ਼ਨਸ ਹੋ ਗਏ, ਉੱਥੇ ਵੀ ਜਾ ਕੇ ਉਹ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਆ ਤਾਂ ਜੋ ਉੱਥੇ ਦੇ ਲੋਕ ਵੀ ਇਹ ਚੀਜ਼ਾਂ ਈਜ਼ੀਲੀ ਖਰੀਦ ਸਕਣ। ਨੈਕਸਟ ਹੈ ਸਾਡਾ ਇੰਪੋਰਟੈਂਟ ਐਲੈਗਰੀ ਕਿਹੜੀਆਂ ਨੇ, ਜਿਵੇਂ ਕਿ ਫਸਟ ਹੈਗਾ ਸਾਡੇ ਕੋਲ ਵੇਅਰ ਹਾਊਸ ਦਾ ਮਤਲਬ ਵੀ ਜਿਵੇਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈਗੀ ਅਤੇ ਸਾਨੂੰ ਉਹਨੂੰ ਕੀ ਕਰਨਾ, ਸਟੋਰ ਕਰਨਾ ਪੈਂਦਾ ਵਾ, ਤਾਂ ਉਹਨੂੰ ਸਟੋਰੇਜ ਪ੍ਰੋਵਾਈਡ ਕਰਵਾਉਣਾ ਤਾਂ ਜੋ ਕਦੀ ਇਹਦੀ ਲੋੜ ਦੁਬਾਰਾ ਪਵੇ ਤਾਂ ਅਸੀਂ ਉਹ ਸਟੋਰ ਦੇ ਵਿੱਚੋਂ ਕੱਢ ਕੇ ਅੱਗੇ ਸੇਲ ਆਊਟ ਕਰ ਸਕੀਏ। ਨੈਕਸਟ ਹੈਗਾ ਟਰਾਂਸਪੋਰਟੇਸ਼ਨ, ਸਭ ਤੋਂ ਇੰਪੋਰਟੈਂਟ ਪਾਰਟ ਆ, ਵੀ ਜਿਵੇਂ ਇੰਡੀਆ ਦੇ ਵਿੱਚ ਜਿਵੇਂ ਡਿਫਰੈਂਟ ਕੰਟਰੀਜ਼ ਨੇ, ਹਰੇਕ ਦੀਆਂ ਜਿਹੜੇ ਕੰਜ਼ੰਪਸ਼ਨ ਨੇ ਡਿਪੈਂਡ ਕਰਦੀਆਂ ਨੇ, ਤਾਂ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਕਰਦੀਆਂ ਨੇ। ਜਿਵੇਂ ਸਾਡੇ ਪੰਜਾਬ ਦੇ ਉੱਤੇ ਕੀ ਆ, ਜਿਹੜਾ ਵਾ ਬੀਟਸ ਰਾਈਸ ਇੱਥੇ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ, ਤਾਂ ਇਹ ਜਿਹੜੀਆਂ ਹੋਰ ਸਟੇਟਸ ਨੇ ਜਿਵੇਂ ਦਿੱਲੀ ਹੋ ਗਈ, ਤਾਂ ਇਹਨਾਂ ਦੇ ਵਿੱਚ ਕੀ ਆ, ਉਹ ਪ੍ਰੋਵਾਈਡ ਕਰਵਾਉਂਦੀ ਆ, ਤਾਂ ਇਹ ਕਿਹਦੀ ਹੈਲਪ ਦੇ ਨਾਲ ਹੁੰਦੀ ਆ, ਟਰਾਂਸਪੋਰਟੇਸ਼ਨ ਦੇ ਨਾਲ, ਚਾਹੇ ਉਹ ਰੇਲਵੇ ਹੋਵੇ, ਚਾਹੇ ਉਹ ਬਾਏ ਰੋਡ ਹੋਵੇ, ਬਾਏ ਏਅਰ ਹੋਵੇ ਜਾਂ ਬਾਏ ਸੀ ਹੋਵੇ, ਇਸ ਤਰੀਕੇ ਨਾਲ ਅਸੀਂ ਕੀ ਆ ਟਰੇਡਸ ਕਰਦੇ ਹਾਂ। ਨੈਕਸਟ ਹੈਗਾ ਇੰਸ਼ੋਰੈਂਸ ਵੀ ਇੱਕ ਇੰਪੋਰਟੈਂਟ ਚੀਜ਼ ਆ, ਕਿਉਂਕਿ ਬਿਜ਼ਨਸ ਦੇ ਵਿੱਚ ਕੀ ਆ, ਰਿਸਕ ਇਨਵੋਲਵਸ ਹੁੰਦੇ ਆ, ਕਦੀ ਵੀ ਸਾਡੇ ਬਿਜ਼ਨਸ ਦੇ ਵਿੱਚ ਅੱਗ ਲੱਗ ਸਕਦੀ ਆ, ਜਾਂ ਨੈਚੁਰਲ ਕਲਾਈਮੇਟੀਜ਼ ਕਰਕੇ ਵੀ ਸਾਡੇ ਜਿਹੜਾ ਵਾ ਸਾਡੇ ਬਿਜ਼ਨਸ ਦੇ ਉੱਤੇ ਇਫੈਕਟ ਪੈ ਸਕਦਾ। ਇਸ ਚੀਜ਼ ਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਪ੍ਰੀਮੀਅਮ ਦਿੱਤੇ ਜਾਂਦੇ ਆ ਜਾਂ ਇੰਸ਼ੋਰੈਂਸ ਕਲੇਮ ਦਿੱਤੇ ਜਾਂਦੇ ਆ, ਤਾਂ ਜੋ ਕੀ ਆ, ਜੇਕਰ ਸਾਨੂੰ ਕੋਈ ਵੀ ਰਿਸਕ ਇਨਵੋਲਵ ਹੋਵੇ ਤਾਂ ਉਸ ਰਿਸਕ ਨੂੰ ਈਜ਼ੀਲੀ ਅਸੀਂ ਕਵਰ ਕਰ ਸਕੀਏ। ਨੈਕਸਟ ਹੈਗਾ ਬੈਂਕਿੰਗ ਐਂਡ ਫਾਈਨੈਂਸਿੰਗ, ਵੀ ਜਿਵੇਂ ਬਿਜ਼ਨਸ ਦੇ ਵਿੱਚ ਕੀ ਆ, ਸਾਨੂੰ ਆਪਣੇ ਬਿਜ਼ਨਸ ਐਕਸਪੈਂਡ ਕਰਨਾ ਵਾ, ਉਹਦੇ ਲਈ ਸਾਨੂੰ ਪੈਸਿਆਂ ਦੀ ਲੋੜ ਪੈਂਦੀ ਆ, ਤਾਂ ਇਹ ਪੈਸੇ ਕੌਣ ਫੁਲਫਿਲ ਕਰਦਾ ਵਾ, ਸਾਡੇ ਬੈਂਕਸ ਅਤੇ ਫਾਈਨੈਂਸ਼ੀਅਲ ਇੰਸਟੀਟਿਊਟ ਸਾਨੂੰ ਇਹ ਪ੍ਰੋਵਾਈਡ ਕਰਵਾਉਂਦੇ ਨੇ। ਨੈਕਸਟ ਹੈਗਾ ਐਡਵਰਟਾਈਜ਼ਿੰਗ, ਵੀ ਕੀ ਆ, ਜਿਵੇਂ ਸਾਡੀਆਂ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਅੱਗੇ ਤੱਕ ਪਹੁੰਚਾਉਣਾ, ਅਤੇ ਤਾਂ ਜੋ ਉਹ ਸਾਰੇ ਬੰਦਿਆਂ ਨਾਲ ਉਹਦੇ ਨਾਲ ਜੁੜ ਕੇ ਅਤੇ ਆਪਣੀ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਪੂਰਾ ਕਰ ਸਕਣ, ਤਾਂ ਇਹਦੇ ਲਈ ਕੀ ਆ, ਉਹ ਐਡਵਰਟਾਈਜ਼ਿੰਗ ਕੀਤੀ ਜਾਂਦੀ ਆ ਤਾਂ ਜੋ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਅਸੀਂ ਕੀ ਚੀਜ਼ ਵੇਚਦੇ ਹਾਂ। ਲਾਸਟ ਵਨ ਹੈਗਾ ਕਮਿਊਨੀਕੇਸ਼ਨ ਇਜ਼ ਮੋਸਟ ਇੰਪੋਰਟੈਂਟ ਥਿੰਗ, ਬਿਕੋਜ਼ ਵਿਦਾਊਟ ਕਮਿਊਨੀਕੇਟਿੰਗ you cannot to be know about their products features and the know about their producer। ਸੋ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਆ। ਕਮਿਊਨੀਕੇਸ਼ਨ ਦੋ ਵੇ ਹੋਣਾ ਚਾਹੀਦਾ ਵਾ, ਵੀ ਇੱਕ ਪਰਸਨ ਆਪਣੀ ਕੋਈ ਇਨਫੋਰਮੇਸ਼ਨ ਸੈਂਡ ਕਰੇ ਅਤੇ ਦੂਜਾ ਰਿਸੀਵ ਕਰੇ। ਇਹ ਤਾਂ ਹੋ ਸਕਦਾ ਵਾ ਤਾਂ ਜਿਸ ਦੇ ਨਾਲ ਅਸੀਂ ਕੀ ਆ, ਆਪਣੇ ਪ੍ਰੋਡਕਟ ਦੀ ਇਨਫੋਰਮੇਸ਼ਨ ਅਤੇ ਉਸ ਦੇ ਰਿਲੇਟਡ ਜਿਹੜੀਆਂ ਵੀ ਇੰਪੋਰਟੈਂਟ
ਇਨਫੋਰਮੇਸ਼ਨ ਨੇ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਜਿਵੇਂ ਤੁਸੀਂ ਦੇਖਿਆ ਹੋਣਾ ਫਲਿੱਪਕਾਰਟ ਦੇ ਉੱਤੇ ਅਸੀਂ ਜਾਂਦੇ ਹਾਂ ਤਾਂ ਫਲਿੱਪਕਾਰਟ ਦੇ ਉੱਤੇ ਜਿਵੇਂ ਤੁਸੀਂ ਕੋਈ ਵੀ ਚੀਜ਼ ਖਰੀਦਣੀ ਹੋਵੇ, ਜਿਵੇਂ ਲਗਾ ਲਓ ਤੁਸੀਂ ਸੈੱਲਫੋਨ ਖਰੀਦਣਾ ਵਾ, ਤੁਸੀਂ ਉਹਦੇ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਉਹਦਾ ਪ੍ਰਾਈਸ ਪਤਾ ਲੱਗਦਾ ਵਾ, ਉਹਦਾ ਮਾਡਲ ਦਾ ਨੇਮ ਪਤਾ ਲੱਗਦਾ ਵਾ, ਮਾਡਲ ਦੇ ਵਿੱਚ ਕੀ ਫੀਚਰਸ ਨੇ ਉਹ ਸਭ ਕੁਝ ਦਿੱਤਾ ਹੁੰਦਾ ਵਾ, ਰੀਅਰ ਕੈਮਰਾ ਕਿੰਨਾ ਵਾ, ਬੈਕ ਕੈਮਰਾ ਕਿੰਨਾ ਵਾ, ਫਿੰਗਰ ਸੈਂਸਰ ਹੈ ਕਿ ਨਹੀਂ ਹੈ, ਜਾਂ ਉਹਦੀ ਪਿਕਚਰ ਕੁਆਲਿਟੀ ਕਿੱਦਾਂ ਦੀ ਆ, ਉਹ ਸਭ ਕੁਝ ਦੱਸਿਆ ਹੁੰਦਾ ਵਾ। ਤਾਂ ਇਹ ਸਾਰੇ ਵੇ ਨੇ ਆਪਣੀ ਸੇਲ ਨੂੰ ਇਨਕਰੀਜ਼ ਕਰਨ ਦਾ ਅਤੇ ਬਿਜ਼ਨਸ ਨੂੰ ਸਪੋਰਟ ਕਰਨ ਦਾ। ਨੈਕਸਟ ਹੈ ਬਿਜ਼ਨਸ ਰਿਸਕ। ਅੱਗੇ ਇਨਵੋਲਵਮੈਂਟ ਆ ਜਾਂਦੀ ਆ। ਹੁਣ ਜਿਵੇਂ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਰਿਸਕ ਹੁੰਦੇ ਆ। ਜਿਹੜਾ ਜਿੰਨਾ ਜ਼ਿਆਦਾ ਰਿਸਕ ਟੇਕ ਕਰਦਾ ਵਾ ਉਨੇ ਹੀ ਜ਼ਿਆਦਾ ਉਹ ਆਪਣੇ ਬਿਜ਼ਨਸ ਨੂੰ ਵਧੀਆ ਢੰਗ ਨਾਲ ਚਲਾ ਸਕਦਾ ਵਾ। ਅਤੇ ਸਾਰੇ ਪਰਸਨਸ ਕੀ ਹੁੰਦੇ ਆ, ਰਿਸਕ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਆ। ਜੇਕਰ ਉਹ ਰਿਸਕ ਘੱਟ ਲੈਂਦੇ ਆ ਤਾਂ ਇਸਦਾ ਮਤਲਬ ਕਿ ਉਹ ਆਪਣੇ ਆਪ ਨੂੰ ਪ੍ਰੋਫਿਟ ਅਰਨ ਨਹੀਂ ਕਰ ਪਾਉਂਦੇ ਹੈਗੇ। ਇਹਦੇ ਵਿੱਚ ਕੀ ਆ, ਥਰੂ ਟੂ ਦੀ ਬਿਜ਼ਨਸ ਸਟੈਬਲਿਸ਼ਮੈਂਟ ਵਿਦ ਦੀ ਏਮ ਆਫ ਟੂ ਦੀ ਅਰਨਿੰਗ ਪ੍ਰੋਫਿਟ, but due to the uncertainties and unexpected events, there was to the able to the possibility of the inadequate profit and even the loss the sudden profits of the puts the business risk। ਬਿਜ਼ਨਸ ਰਿਸਕ ਕੀ ਹੁੰਦਾ ਵਾ, ਉਹ ਰਿਸਕ ਜਿਹਦੇ ਵਿੱਚ ਕੀ ਆ ਵੀ ਜਿਹੜਾ ਬਿਜ਼ਨਸ ਆ ਉਹਦਾ ਮੇਨ ਮੋਟਿਵ ਕੀ ਹੁੰਦਾ, ਪ੍ਰੋਫਿਟ ਅਰਨ ਕਰਨਾ ਹੁੰਦਾ। ਪਰ ਕੁਛ ਅਜਿਹੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ ਜਿਹਦੇ ਕਰਕੇ ਕੀ ਆ ਉਹ ਆਪਣੇ ਐਡੂਕੇਟ ਪ੍ਰੋਫਿਟ ਤੱਕ ਨਹੀਂ ਪਹੁੰਚ ਪਾਉਂਦੀਆਂ ਅਤੇ ਉਹਨਾਂ ਨੂੰ ਲਾਸ ਕ੍ਰੀਏਟ ਹੋ ਜਾਂਦਾ ਵਾ। ਤਾਂ ਇਹ ਸਾਰੇ ਕੀ ਹੁੰਦੇ ਆ, ਬਿਜ਼ਨਸ ਦੇ ਵਿੱਚ ਰਿਸਕ ਪੈਦਾ ਹੁੰਦੇ ਰਹਿੰਦੇ ਆ ਵੀ, ਕਿਉਂਕਿ ਸਾਨੂੰ ਪ੍ਰੋਫਿਟ ਦਾ ਵੀ ਨਹੀਂ ਪਤਾ, ਕਈ ਵਾਰ ਪ੍ਰੋਫਿਟ ਬਹੁਤ ਜ਼ਿਆਦਾ ਹੁੰਦਾ ਅਤੇ ਕਈ ਵਾਰ ਲਾਸ ਜ਼ਿਆਦਾ ਹੋ ਜਾਂਦੇ ਆ। ਤਾਂ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਕਿਵੇਂ ਖਤਮ ਕੀਤਾ ਜਾ ਸਕਦਾ ਜਾਂ ਇਸ ਦੀ ਇਨਵੋਲਵਮੈਂਟ ਨੂੰ ਕਿੱਦਾਂ ਘਟਾਇਆ ਜਾ ਸਕਦਾ, ਇਹਦੇ ਬਾਰੇ ਅਸੀਂ ਅੱਗੇ ਗੱਲ ਕਰਦੇ ਹਾਂ। ਨੈਕਸਟ ਹੈਗਾ ਨੇਚਰ ਆਫ ਟੂ ਦੀ ਬਿਜ਼ਨਸ ਰਿਸਕ। ਬਿਜ਼ਨਸ ਰਿਸਕ ਰਾਈਜ਼ ਕਿਵੇਂ ਹੁੰਦਾ ਜਾਂ ਕਿਹੜੀਆਂ ਚੀਜ਼ਾਂ ਉਹਦੇ ਇਨਵੋਲਵਮੈਂਟ ਦੇ ਲਈ ਜ਼ਰੂਰੀ ਨੇ। ਫਸਟ ਹੈਗਾ ਰਿਸਕ ਡਿਊ ਟੂ ਦੀ ਅਨਸਰਟਨਿਟੀ। ਹੁਣ ਅਨਿਸ਼ਚਿਤਤਾਵਾਂ ਦਾ ਖੇਲ ਆ ਵੀ ਸਾਨੂੰ ਕੁਛ ਨਹੀਂ ਪਤਾ ਵੀ ਜਿਵੇਂ ਇਸ ਵਾਰ ਕੀ ਹੋ ਜਾਵੇ, ਮੌਨਸੂਨ ਜ਼ਿਆਦਾ ਆ ਜਾਵੇ ਜਾਂ ਨਾ ਆਵੇ, ਤਾਂ ਇਹ ਕੀ ਆ ਐਗਰੀਕਲਚਰ ਨੂੰ ਇਫੈਕਟ ਕਰਦੀ ਆ। ਤਾਂ ਇਹ ਹੋਰ ਵੀ ਬਿਜ਼ਨਸ ਨੂੰ ਇਫੈਕਟ ਕਰੇਗੀ, ਕਿਉਂਕਿ ਐਗਰੀਕਲਚਰ ਦੇ ਵਿੱਚ ਜੇਕਰ ਪ੍ਰੋਡਕਸ਼ਨ ਨਾ ਹੋਈ, ਮੰਨ ਲਓ ਵੀ ਰਾਈਸ ਦੀ ਪ੍ਰੋਡਕਸ਼ਨ ਇਸ ਵਾਰ ਘੱਟ ਗਈ, ਤਾਂ ਇਸ ਦਾ ਮਤਲਬ ਕੀ ਆ ਵੀ ਜਿਹੜੇ ਟਰੇਡਰਸ ਨੇ ਜਿਹੜਾ ਉਹਦੇ ਨਾਲ ਟਰੇਡ ਕਰਦੇ ਆ ਤਾਂ ਉਹਨਾਂ ਨੂੰ ਵੀ ਇਫੈਕਟ ਪਏਗਾ, ਕਿਉਂਕਿ ਉਹਨਾਂ ਨੂੰ ਲਾਸ ਹੋਏਗਾ, ਪ੍ਰਾਈਸਿਸ ਵੱਧ ਸਕਦੇ ਆ ਰਾਈਸਿਸ ਦੇ। ਤਾਂ ਇਹ ਅਨਸਰਟਨਿਟੀਜ਼ ਜਿਹੜੀਆਂ ਨੇ ਉਹ ਰਿਸਕ ਨੂੰ ਇਨਵੋਲਵ ਕਰਦੀਆਂ ਨੇ। ਨੈਕਸਟ ਹੈਗਾ ਰਿਸਕ ਇਜ਼ ਅ ਇੰਟੀਰੀਅਰ ਪਾਰਟ ਆਫ ਟੂ ਦੀ ਬਿਜ਼ਨਸ। ਹੁਣ ਰਿਸਕ ਤੋਂ ਬਿਨਾਂ ਕੋਈ ਵੀ ਬਿਜ਼ਨਸ ਸਟਾਰਟ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਰਿਸਕ ਟੇਕ ਕਰੋਗੇ, ਕਿਉਂਕਿ ਤੁਸੀਂ ਕੀ ਆ, ਜਿਵੇਂ ਤੁਸੀਂ ਅੱਜ ਸੋਚਿਆ ਵੀ ਅਸੀਂ ਫਰੂਟ ਸ਼ਾਪਸ ਖੋਲ੍ਹਣੀ ਹੈ ਜਾਂ ਫਰੂਟ ਜੂਸ ਸ਼ਾਪ ਖੋਲ੍ਹਣੀ ਆ, ਤਾਂ ਤੁਹਾਨੂੰ ਰਿਸਕ ਲੈਣਾ ਪੈਣਾ ਵਾ। ਉਹ ਇੱਕ ਪਾਰਟ ਲੱਭਣਾ ਪੈਣਾ ਵੀ ਅਸੀਂ ਕਿੱਥੇ ਲਈਏ, ਕਿਹੜੇ ਜੂਸ ਪ੍ਰੋਵਾਈਡ ਕਰਵਾਈਏ, ਕਿੰਨੇ ਦਾ ਪ੍ਰਾਈਸ ਰੱਖੀਏ। ਤਾਂ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਉਹ ਬਿਜ਼ਨਸ ਦੇ ਨਾਲ ਇੰਟੀਰੀਅਰ ਪਾਰਟ ਨੇ ਵੀ। ਜੇ ਤੁਸੀਂ ਬਿਜ਼ਨਸ ਸਟਾਰਟ ਕਰ ਰਹੇ ਹੋ ਤਾਂ ਤੁਹਾਨੂੰ ਰਿਸਕ ਵੀ ਟੇਕ ਕਰਨਾ ਪਵੇਗਾ। ਰਿਸਕ ਇਨਵੋਲਵਸ ਔਨ ਦੀ ਨੇਚਰ ਐਂਡ ਦੀ ਸਕੇਲ ਆਫ ਦੀ ਆਪਰੇਸ਼ਨ। ਵੀ ਜਿਹੜਾ ਰਿਸਕ ਆ ਉਹ ਡਿਪੈਂਡ ਕਰਦਾ ਵਾ ਵੀ ਅਸੀਂ ਬਿਜ਼ਨਸ ਕਿੱਦਾਂ ਦਾ ਕਰ ਰਹੇ ਹਾਂ ਜਾਂ ਕਿਹੜਾ ਕੰਮ ਅਸੀਂ ਸ਼ੁਰੂ ਕੀਤਾ ਵਾ। ਜਿਸ ਕੰਮ ਨੂੰ ਜੇ ਜ਼ਿਆਦਾ ਲੋਕ ਕਰਦੇ ਆ ਤਾਂ ਉਹਦੇ ਵਿੱਚ ਰਿਸਕ ਜ਼ਿਆਦਾ ਇਨਵੋਲਵ ਹੁੰਦਾ, ਕਿਉਂਕਿ ਜੇਕਰ ਮੇਰੇ ਤੋਂ ਵਧੀਆ ਕਿਸੇ ਨੇ ਕੁਆਲਿਟੀ ਦੇ ਦਿੱਤੀ ਤਾਂ ਮੇਰੇ ਜਿਹੜਾ ਪ੍ਰੋਡਕਟ ਆ ਉਹ ਪਿਟ ਜਾਏਗਾ, ਜਾਂ ਕਹਿ ਦਿਓ ਵੀ ਮੇਰੇ ਪ੍ਰੋਡਕਟ ਦੀ ਜਿਹੜੀ ਸੇਲ ਆ ਉਹ ਘੱਟ ਜਾਏਗੀ। ਤਾਂ ਇਸ ਕਰਕੇ ਜਿਹੜਾ ਰਿਸਕ ਡਿਪੈਂਡ ਕਰਦਾ ਵਾ ਸਕੇਲ ਅਤੇ ਬਿਜ਼ਨਸ ਦੇ ਨੇਚਰ ਦੇ ਉੱਤੇ ਵੀ। ਰਿਸਕ ਟੇਕਸ ਟੂ ਰਿਵਾਰਡਸ ਇਨ ਟੂ ਦੀ ਫਾਰਮ ਆਫ ਪ੍ਰੋਫਿਟ। ਵੀ ਜੇਕਰ ਅਸੀਂ ਰਿਸਕ ਟੇਕ ਕਰਦੇ ਹਾਂ ਤਾਂ ਉਹਦਾ ਸਾਨੂੰ ਰਿਵਾਰਡ ਵੀ ਮਿਲਦਾ ਵਾ। ਕਿੱਦਾਂ ਰਿਵਾਰਡ ਮਿਲਦਾ ਵੀ, ਜੇਕਰ ਤੁਸੀਂ ਰਿਸਕ ਜ਼ਿਆਦਾ ਟੇਕ ਕਰਦੇ ਹੋ ਅਤੇ ਅਨਫੋਰਚੂਨੇਟਲੀ ਵੀ ਜਿਹੜਾ ਤੁਸੀਂ ਸਟੈਪ ਚੱਕਿਆ ਸੀ ਉਹ ਕੀ ਆ ਵਧੀਆ ਨਿਕਲ ਗਿਆ, ਤਾਂ ਇਸ ਦੇ ਨਾਲ ਤੁਹਾਡਾ ਕੀ ਆ ਪ੍ਰੋਫਿਟ ਇਨਕਰੀਜ਼ ਹੋ ਜਾਏਗਾ। ਤਾਂ ਇਸ ਤਰੀਕੇ ਨਾਲ ਵੀ ਜੇਕਰ ਤੁਸੀਂ ਰਿਸਕ ਵੀ ਲੈਂਦੇ ਹੋ ਤਾਂ ਤੁਹਾਡਾ ਪ੍ਰੋਫਿਟ ਵੀ ਵਧਣ ਦੇ ਚਾਂਸਿਸ ਹੁੰਦੇ ਆ। ਨੈਕਸਟ ਸਾਡੇ ਕੋਲ ਹੈਗਾ ਕਾਜ਼ ਆਫ ਬਿਜ਼ਨਸ ਰਿਸਕ। ਵੀ ਬਿਜ਼ਨਸ ਕਿਉਂ ਆਉਂਦੇ ਆ, ਬਿਜ਼ਨਸ ਰਿਸਕ ਕਿਉਂ ਰਾਈਜ਼ ਹੁੰਦੇ ਆ। ਫਸਟ ਹੈਗਾ ਨੈਚੁਰਲ ਕਾਜ਼ਿਸ। ਨੈਚੁਰਲ ਕਾਜ਼ਿਸ ਜਿਵੇਂ ਕੀ ਹੋ ਗਿਆ, ਅਰਥਕੁਇਕ ਆ ਗਿਆ, ਸਾਈਕਲੋਨਸ ਆ ਗਿਆ, ਜਾਂ ਸਾਡੇ ਕੀ ਆ ਸਟਰੋਮਸ ਆ ਗਏ। ਤਾਂ ਇਹ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ ਜਿਨ੍ਹਾਂ ਨੂੰ ਅਸੀਂ ਰੋਕ ਵੀ ਨਹੀਂ ਸਕਦੇ, ਤਾਂ ਇਹ ਬਿਜ਼ਨਸ ਨੂੰ ਇਫੈਕਟ ਕਰਦੀਆਂ ਨੇ। ਦੂਜਾ ਹੈਗਾ ਹਿਊਮਨ ਕਾਜ਼। ਵੀ ਜਿਵੇਂ ਹਿਊਮਨਸ ਕੀ ਨੇ, ਜਿਵੇਂ ਥੀਫ ਚੋਰੀ ਹੋ ਜਾਣਾ, ਜਾਂ ਕੀ ਆ ਇੰਪੀਚਮੈਂਟ ਹੋ ਜਾਣਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕਿਸੇ ਦੇ ਘਰ ਜਾ ਕੇ ਉਹ ਚੋਰੀ ਜਾਂ ਗਬਨ ਕਰ ਲੈਣਾ। ਗਬਨ ਦਾ ਮਤਲਬ ਹੁੰਦਾ ਵੀ ਕਿਸੇ ਦੇ ਚੋਰੀ ਪੈਸੇ ਚੋਰੀ ਕਰ ਲੈਣੇ, ਜਾਂ ਤੁਸੀਂ ਕਹਿ ਦਿਓ ਵੀ ਘਪਲਾ ਕਰ ਲੈਣਾ, ਉਹਨੂੰ ਕਹਿ ਦਿੰਦਾ ਇੰਪੀਚਮੈਂਟਸ। ਤਾਂ ਇਹ ਹਿਊਮਨ ਕਾਜ਼ ਦੇ ਵਿੱਚ ਆਉਂਦਾ। ਇਕਨੋਮਿਕ ਕਾਜ਼ਿਸ ਜਿਵੇਂ ਕਿ ਕੀ ਆ, ਹੁਣ ਦਾ ਕੰਮ ਆ ਜਿਵੇਂ ਕੋਵਿਡ-19 ਚੱਲ ਰਿਹਾ, ਦਾ ਡਿਪਰੈਸ਼ਨ ਆਇਆ ਹੋਇਆ, ਤਾਂ ਇੰਡਸਟਰੀਜ਼ ਜਿਹੜੀਆਂ ਨੇ ਉਹ ਜ਼ਿਆਦਾ ਸੇਲ ਆਊਟ ਨਹੀਂ ਕਰ ਪਾ ਰਹੀਆਂ, ਤਾਂ ਇਸ ਕਰਕੇ ਪ੍ਰੋਬਲਮ ਕ੍ਰੀਏਟ ਹੋ ਰਹੀ ਆ। ਤਾਂ ਇਹਦੇ ਨਾਲ ਜਿਹੜੇ ਆ ਪੈਸੇ ਦੀ ਵੈਲਿਊ ਘਟਦੀ ਆ, ਅਤੇ ਦੂਜਾ ਕੀ ਆ ਨੰਬਰ ਆਫ ਪਰਸਨਸ ਜਿਹੜੇ ਨੇ ਉਹ ਅਨਇੰਪਲਾਇਡ ਹੋ ਜਾਂਦੇ, ਜਾਣੀ ਕਿ ਉਹਨਾਂ ਨੂੰ ਆਪਣੀ ਜੋਬ ਤੋਂ ਹੱਥ ਧੋਣੇ ਪੈਂਦੇ ਆ। ਅਦਰ ਰਿਸਕ ਕਿਹੜੇ ਹੋ ਸਕਦੇ? ਅਦਰ ਰਿਸਕ ਜਿਵੇਂ ਕੰਪੀਟੀਟਰ ਦਾ ਰਿਸਕ ਹੋ ਗਿਆ, ਠੀਕ ਆ, ਜਾਂ ਵੇਅਰ ਹਾਊਸਿਸ ਨਹੀਂ ਹੈਗੇ ਤੁਹਾਡੇ ਕੋਲ, ਜਾਂ ਤੁਹਾਡਾ ਜਿਹੜਾ ਏਰੀਆ ਵਾ ਉੱਥੇ ਕੀ ਆ ਜ਼ਿਆਦਾ ਸੇਲ ਪਰਚੇਜ਼ ਨਹੀਂ ਹੋ ਸਕਦੀ, ਅਤੇ ਤੁਹਾਡੀ ਜਿਹੜੀ ਇੰਡਸਟਰੀ ਦਾ ਲੋਕੇਸ਼ਨ ਆ ਉਹ ਜ਼ਿਆਦਾ ਬੈਟਰ ਨਹੀਂ ਹੈਗੀ। ਤਾਂ ਇਹ ਸਾਰੇ ਰਿਸਕ ਇਨਵੋਲਵ ਹੁੰਦੇ ਆ ਜਿਹਦੇ ਕਰਕੇ ਸਾਡਾ ਬਿਜ਼ਨਸ ਕੀ ਆ ਸਫਰ ਕਰਦਾ ਵਾ। ਲਾਸਟ ਹੈ ਇਸ ਟੌਪਿਕ ਦਾ ਐਕਸਪਲੇਨੇਸ਼ਨ ਆਫ ਟੂ ਦੀਆਂ ਕਾਜ਼ਿਸ। ਵੀ ਹੁਣ ਇਹਦੇ ਕਾਰਨ ਕੀ ਸੀ ਜਿਹੜੇ ਮੈਂ ਤੁਹਾਨੂੰ ਹੁਣੀ ਦੱਸੇ ਸੀਗੇ, ਤਾਂ ਹੁਣ ਇਹਦੇ ਵਿੱਚ ਆਪਾਂ ਡੀਪਲੀ ਐਕਸਪਲੇਨ ਕਰਦੇ ਹਾਂ। ਨੈਚੁਰਲ ਕਾਜ਼ਿਸ।
Natural causes like to the flood, earthquake leads to the loss of to the lives and the properties resulting to the loss of the business opportunity। ਵੀ ਜਿਹੜੇ ਨੈਚੁਰਲ ਰਿਸੋਰਸਿਸ ਨੇ ਜਿਵੇਂ ਹੜ੍ਹ ਆ ਜਾਣੇ, ਅਰਥਕੁਇਕ ਆ ਜਾਣਾ, ਤਾਂ ਇਹ ਕੀ ਆ ਬੰਦੇ ਦੀ ਲਾਈਫ ਨੂੰ ਵੀ ਖਤਮ ਕਰਦੀਆਂ ਨੇ, ਦੂਜਾ ਕੀ ਆ ਪ੍ਰੋਪਰਟੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ ਜਿਹੜੇ ਕਿ ਬਿਜ਼ਨਸ ਓਪਰਚੁਨਿਟੀ ਲਈ ਇਫੈਕਟ ਕਰਦੀਆਂ ਨੇ। ਨੈਕਸਟ ਹੈਗਾ ਹਿਊਮਨ ਕਾਜ਼, ਜਿਹੜੇ ਬੰਦਿਆਂ ਦੁਆਰਾ ਹੁੰਦੇ ਆ, ਜਿਵੇਂ ਹਿਊਮਨ ਕਾਜ਼ ਹਿਸਟਰੀ ਆ ਪਾਵਰ ਫੇਲੀਅਰ ਸਟ੍ਰਾਈਕਸ, so the loss of to the productivity, increase into the cost and decrease into the business profit। ਵੀ ਜਿਹੜਾ ਹਿਊਮਨ ਕਾਜ਼ ਕੀ ਨੇ, ਵੀ ਜਿਵੇਂ ਪਾਵਰ ਦਾ ਫੇਲੀਅਰ ਹੋ ਜਾਣਾ, ਜਿਵੇਂ ਲੋਕ ਕੀ ਆ ਸਟ੍ਰਾਈਕ ਕਰਨ ਲੱਗ ਜਾਂਦੇ ਆ, ਸਟ੍ਰਾਈਕ ਦਾ ਮਤਲਬ ਹੜਤਾਲਾਂ ਹੋ ਜਾਣੀਆਂ, ਤਾਂ ਇਹਦੇ ਨਾਲ ਕੀ ਆ ਪ੍ਰੋਡਕਸ਼ਨ ਘੱਟ ਜਾਂਦੀ ਆ ਅਤੇ ਇਹਦੀ ਕਾਸਟ ਇਨਕਰੀਜ਼ ਹੋ ਜਾਂਦੀ ਆ, ਤਾਂ ਇਹ ਬਿਜ਼ਨਸ ਪ੍ਰੋਫਿਟ ਨੂੰ ਵੀ ਘਟਾ ਦਿੰਦੀ ਆ। ਨੈਕਸਟ ਹੈਗਾ ਇਕਨੋਮਿਕ ਕਾਜ਼, ਇਕਨੋਮਿਕ ਕਾਜ਼ਿਸ ਟੂ ਦੀ fluctuation of to the demand due to the change of price and taste of the market condition is a possibilities of the risk। ਅਤੇ ਹੁਣ ਇਕਨੋਮਿਕ ਮੈਂ ਤੁਹਾਨੂੰ ਨਹੀਂ ਦੱਸਿਆ ਸੀਗਾ ਵੀ ਜਿਵੇਂ ਕੀ ਆ ਡਿਊ ਟੂ ਕੋਵਿਡ-19 ਕੀ ਹੋਇਆ ਵੀ ਪ੍ਰਾਈਸਿਸ ਦੇ ਵਿੱਚ ਚੇਂਜ ਆ ਗਈਆਂ, ਮਾਰਕੀਟ ਦੀ ਕੰਡੀਸ਼ਨਾਂ ਦੇ ਵਿੱਚ ਚੇਂਜਿਸ ਆ ਜਾਂਦੀਆਂ ਨੇ, ਤਾਂ ਇਹ ਪੋਸੀਬਿਲਿਟੀ ਆਫ ਰਿਸਕ ਨੂੰ ਇਨਕਰੀਜ਼ ਕਰਦੀਆਂ ਨੇ। ਨੈਕਸਟ ਹੈਗਾ ਵਾ ਐਕਸਪਲੇਨੇਸ਼ਨ ਆਫ ਕਾਜ਼, ਐਕਸਟਰਨਲ ਕਾਜ਼ਿਸ ਕਿਹੜੇ ਨੇ, ਦੀ ਪੋਸੀਬਿਲਿਟੀ ਆਫ ਟੂ ਦੀ ਬਿਜ਼ਨਸ ਰਿਸਕ ਇਨਕਰੀਜ਼ ਡਿਊ ਟੂ ਦੀ ਪੋਲੀਟੀਸ਼ਨ ਇਨਸਟੇਬਿਲਿਟੀ ਐਂਡ ਟੈਰਰਿਜ਼ਮ। ਹੁਣ ਜਿਵੇਂ ਵੀ ਟੈਰਰਿਸਟ ਜਿਹੜੇ ਏਰੀਏ ਦੇ ਵਿੱਚ ਆ ਰਹੇ ਨੇ, ਜਿਵੇਂ ਜੰਮੂ ਕਸ਼ਮੀਰ ਆ, ਉੱਥੇ ਇੰਡਸਟਰੀਜ਼ ਬਹੁਤ ਘੱਟ ਖੁੱਲ੍ਹਦੀਆਂ ਨੇ। ਪੋਲੀਟੀਸ਼ਨ ਇਨਸਟੇਬਿਲਿਟੀਜ਼ ਵੀ ਜਿਹੜੇ ਰਾਜਨੀਤਿਕ ਨੇਤਾਵਾਂ ਨੇ ਉਹ ਆਪਣੇ ਅਕੋਰਡਿੰਗ ਸਾਰੀ ਇੰਡਸਟਰੀ ਨੂੰ ਰਨ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਇਹ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਇੱਕ ਬਿਜ਼ਨਸ ਦੇ ਵਿੱਚ, ਅਤੇ ਤਾਂ ਕਰਕੇ ਬਿਜ਼ਨਸ ਕੀ ਆ ਉਹ ਫੇਲੀਅਰ ਅਰਾਈਜ਼ ਹੋ ਜਾਂਦੇ ਆ। ਨੈਕਸਟ ਹੈ ਸਾਡੇ ਕੋਲ ਟਾਈਪਸ ਆਫ ਬਿਜ਼ਨਸ ਰਿਸਕ। ਹੁਣ ਬਿਜ਼ਨਸ ਰਿਸਕ ਕਿਹੜੇ ਤਰ੍ਹਾਂ ਦੇ ਹੁੰਦੇ ਆ। ਫਸਟ ਹੈਗਾ ਸਪੈਕੂਲੇਸ਼ਨ ਰਿਸਕ। ਸਪੈਕੂਲੇਸ਼ਨ ਰਿਸਕ ਦਾ ਮਤਲਬ ਹੁੰਦਾ ਵੀ ਸੱਟੇਬਾਜ਼ੀ ਜਿਵੇਂ ਕਰਨੀ ਆ, ਠੀਕ ਆ, ਜਿਹਨੂੰ ਕਹਿੰਦੇ ਗੈਂਬਲਿੰਗ, ਤਾਂ ਗੈਂਬਲਿੰਗ ਦੀ ਤਰ੍ਹਾਂ ਹੁੰਦਾ ਵਾ। ਦੀਜ਼ ਰਿਸਕ ਇਜ਼ ਦੋਜ਼ ਵਿਚ ਹੈਵ ਏ ਪੋਸੀਬਿਲਿਟੀਜ਼ ਆਫ ਟੂ ਦੀ ਪ੍ਰੋਫਿਟ ਐਜ਼ ਵੈਲ ਐਜ਼ ਪੋਸੀਬਿਲਿਟੀ ਆਫ ਲੋਸ। ਇਹਦੇ ਵਿੱਚ ਇੱਦਾਂ ਹੁੰਦਾ ਵੀ ਗੈਂਬਲਿੰਗ ਕਰਨਾ, ਜੂਆ ਖੇਡਣਾ, ਵੀ ਜਾਂ ਤਾਂ ਸਾਨੂੰ ਪ੍ਰੋਫਿਟ ਵੀ ਹੋ ਸਕਦਾ ਜਾਂ ਸਾਨੂੰ ਕੀ ਆ ਲੋਸ ਵੀ ਹੋ ਸਕਦਾ ਵਾ। ਨੈਕਸਟ ਹੈਗਾ ਵਾ ਪਿਓਰ ਰਿਸਕ। ਇਹ ਪਿਓਰ ਰਿਸਕ ਇਜ਼ ਅ ਟਾਈਪ ਆਫ ਰਿਸਕ ਵੇਅਰਸ ਦੀ ਬਿਜ਼ਨਸ ਸਫਰਸ ਟੂ ਦੀ ਲੋਸ ਓਨਲੀ ਇਫ ਦੀ ਰਿਸਕ ਅਕਰ। ਕਹਿੰਦੇ ਵੀ ਇਹ ਪਿਓਰ ਰਿਸਕ ਉਹ ਹੁੰਦਾ ਵਾ ਜੇਕਰ ਬਿਜ਼ਨਸ ਦੇ ਵਿੱਚ ਲੋਸ ਉਦੋਂ ਹੀ ਹੋਊਗਾ ਜਦੋਂ ਇਹ ਰਿਸਕ ਆਊਗਾ, ਜੇਕਰ ਰਿਸਕ ਨਹੀਂ ਆਉਂਦਾ ਤਾਂ ਉਹਨਾਂ ਨੂੰ ਪ੍ਰੋਫਿਟ ਸ਼ੋ ਹੀ ਹੋਈ ਜਾਊਗਾ। ਇਨਸਿਕਿਓਰੇਬਲ ਰਿਸਕ, ਉਹ ਜਿਹੜੇ ਰਿਸਕ ਨੂੰ ਅਸੀਂ ਸਿਕਿਉਰ ਨਹੀਂ ਕਰ ਸਕਦੇ ਜਾਂ ਇੰਸ਼ੋਰੈਂਸ ਦੇ ਅੰਡਰ ਨਹੀਂ ਆਉਂਦੇ। ਦੇ ਆਰ ਰਿਸਕ ਸਿਕਿਉਰੇਬਲ ਆਫ ਦੀਆਂ ਟਾਈਪਸ ਬਿਜ਼ਨਸ ਹੈਜ਼ ਬੀਨ ਕੈਨ ਵੀ ਇੰਸ਼ੋਰ ਦੇਅਰ ਪ੍ਰੋਬੇਬਲ ਲੋਸਿਸ ਐਂਡ ਪੇਇੰਗ ਟੂ ਦੇ ਡਿਟਰਮੀਨੈਂਟ ਪ੍ਰੀਮੀਅਮ ਟੂ ਦੀ ਇੰਸ਼ੋਰੈਂਸ ਕੰਪਨੀ। ਇੰਸ਼ੋਰੇਬਲ ਰਿਸਕ ਉਹ ਹੁੰਦਾ ਵਾ ਜਿਹਨੂੰ ਅਸੀਂ ਇੰਸ਼ੋਰ ਕਰਵਾ ਸਕਦੇ ਹਾਂ, ਜਾਣੀ ਕਿ ਵੀ ਜਿਵੇਂ ਸਾਡੀ ਕੋਈ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਲੋਸ ਆ ਜਾਵੇ, ਤਾਂ ਉਹਦਾ ਪ੍ਰੀਮੀਅਮ ਤੁਸੀਂ ਪੇ ਕਰਕੇ ਉਹਨੂੰ ਸਿਕਿਉਰ ਕਰ ਸਕਦੇ ਹੋ ਵੀ ਜੇਕਰ ਕੱਲ੍ਹ ਨੂੰ ਤੁਹਾਨੂੰ ਕੋਈ ਪ੍ਰੋਬਲਮ ਅਰਾਈਜ਼ ਹੁੰਦੀ ਹੈ ਤਾਂ ਇੰਸ਼ੋਰੈਂਸ ਕੰਪਨੀ ਉਹਦਾ ਕਲੇਮ ਦਿੰਦੀ ਹੈ। ਜਿਵੇਂ ਕਿ ਅਸੀਂ ਕਾਰ ਦਾ ਕਰਾਉਂਦੇ ਹਾਂ, ਬਾਈਕਸ ਦਾ ਕਰਾਉਂਦੇ ਹਾਂ, ਸਕੂਟਰਸ ਦਾ ਕਰਾਉਂਦੇ ਹਾਂ, ਇਹਨਾਂ ਦਾ ਕੀ ਆ, ਇਹਨਾਂ ਦਾ ਇੰਸ਼ੋਰੈਂਸ ਰਿਸਕ ਮਿਲਦਾ ਵਾ। ਜੇਕਰ ਸਾਡੇ ਕੋਈ ਵੀ ਡੈਮੇਜਸ ਹੁੰਦਾ ਜਾਂ ਐਕਸੀਡੈਂਟ ਅਰਾਈਜ਼ ਹੁੰਦਾ ਤਾਂ ਇਹਦਾ ਪੇ ਆਊਟ ਕਰਦੀ ਹੈ ਸਾਨੂੰ। ਕੌਣ ਕਰਦੀ ਆ? ਇੰਸ਼ੋਰੈਂਸ ਕੰਪਨੀ ਸਾਨੂੰ ਇਸ ਚੀਜ਼ ਦਾ ਪੇ ਆਊਟ ਕਰਦੀ ਆ। ਨੈਕਸਟ ਹੈਗਾ ਅਨਸਿਕਿਉਰੇਬਲ ਰਿਸਕ, ਵੀ ਜਿਨ੍ਹਾਂ ਨੂੰ ਅਸੀਂ ਲੋਸ ਸਾਨੂੰ ਕੀ ਆ ਸਿਕਿਉਰ ਨਹੀਂ ਕਰ ਸਕਦੇ, ਯਾਨੀ ਕਿ ਉਹ ਇੰਸ਼ੋਰੈਂਸ ਕੰਪਨੀ ਦੇ ਅੰਡਰ ਨਹੀਂ ਆਉਂਦੇ ਹੈਗੇ। ਦੀਜ਼ ਰਿਸਕ ਆਰ ਟੂ ਦੀ ਦੋਜ਼ ਰਿਸਕ ਵੇਅਰਸ ਦੀ ਪ੍ਰੋਬੇਬਲ ਲੋਸ ਕੈਨ ਨਾਟ ਟੂ ਬੀ ਇੰਸ਼ੋਰੇਬਲ। ਇਹਨਾਂ ਨੂੰ ਕੀ ਅਸੀਂ ਇੰਸ਼ੋਰ ਨਹੀਂ ਕਰ ਸਕਦੇ, ਅਤੇ ਲੋਸ ਜੇਕਰ ਅਰਾਈਜ਼ ਹੋਇਆ ਤਾਂ ਇਹਨੂੰ ਕਦੇ ਵੀ ਅਸੀਂ ਕਲੇਮ ਨਹੀਂ ਕਰ ਸਕਦੇ। ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਇਹ ਸਾਰੀਆਂ ਗੱਲਾਂ ਨੂੰ ਕੀਤਾ ਵਾ। ਆਈ ਹੋਪ ਤੁਹਾਨੂੰ ਇਹ ਸਾਰਾ ਕੁਝ ਸਮਝ ਆਇਆ ਹੋਵੇਗਾ, ਕਿਉਂਕਿ ਬਿਜ਼ਨਸ ਦੇ ਵਿੱਚ ਜਿਹੜਾ ਵਾ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਕਾਮਰਸ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਡੀਪਲੀ ਸਮਝਾਈਆਂ ਜਾਂਦੀਆਂ ਨੇ ਵੀ ਇੱਕ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਰਨ ਕੀਤਾ ਜਾਂਦਾ, ਕਿਹੜੇ ਪ੍ਰੋਬਲਮਸ ਅਰਾਈਜ਼ਸ ਹੁੰਦੀਆਂ ਨੇ ਅਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਸੌਰਟ ਆਊਟ ਕੀਤਾ ਜਾਵੇ। ਤਾਂ ਅਸੀਂ ਕਾਮਰਸ ਦੇ ਵਿੱਚ ਇਹ ਸਭ ਕੁਝ ਪੜ੍ਹਾਂਗੇ। ਬਿਜ਼ਨਸ ਸਟੱਡੀ ਇੱਕ ਇੰਟਰਸਟਿੰਗ ਟੌਪਿਕ ਆ ਜਿਹਦੇ ਵਿੱਚ ਸਾਨੂੰ ਅਸਲੀ ਪਿਕਚਰ ਦਾ ਪਤਾ ਲੱਗਦਾ ਵੀ ਇੱਕ ਬਿਜ਼ਨਸ ਕਿੱਦਾਂ ਸਟੈਂਡ ਕੀਤਾ ਜਾਂਦਾ ਅਤੇ ਬਿਜ਼ਨਸ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਅਰਾਈਜ਼ ਹੁੰਦੀਆਂ ਨੇ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਪਸੰਦ ਆਇਆ ਹੋਵੇਗਾ। ਥਰਡ ਪਾਰਟ ਸੀਗਾ, ਇਹਦੇ ਜਿਹੜੇ 2 ਪਾਰਟਸ ਨੇ, ਜਿਹੜੇ ਬੱਚਿਆਂ ਨਹੀਂ ਦੇਖੇ ਤਾਂ ਉਹਨਾਂ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰਿਹਾ ਹਾਂ, ਤਾਂ ਤੁਸੀਂ ਉੱਥੋਂ ਦੇਖ ਕੇ 2 ਪਾਰਟਸ ਦੇਖਣ ਤੋਂ ਬਾਅਦ ਫਿਰ ਥਰਡ ਪਾਰਟ ਦੇ ਉੱਤੇ ਤੁਸੀਂ ਜਾਣਾ ਵਾ। ਆਈ ਹੋਪ ਤੁਹਾਨੂੰ ਇਹ ਜੇ ਸੈਸ਼ਨ ਵਧੀਆ ਲੱਗਾ ਹੋਵੇ ਤਾਂ ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਅਤੇ ਆਈ ਹੋਪ ਤੁਹਾਡਾ ਵੀ ਫਿਊਚਰ ਬ੍ਰਾਈਟ ਹੀ ਹੋਏਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।